ਇੱਕ ਬਜ਼ੁਰਗ ਦੇ 4 ਪੁੱਤਰ ਸਨ ਤੇ ਉਸ ਬਜ਼ੁਰਗ ਨੇ ਇੱਕ ਦਿਨ ਆਪਣੇ 4 ਪੁੱਤਰਾਂ ਨੂੰ ਇਕੱਠਿਆਂ ਕੀਤਾ ਤੇ ਆਪਣੇ ਕੋਲ ਪਾ ਲਿਆ। ਆਖਣ ਲਗਾ, ਪੁੱਤਰਾ ਮੇਰੀ ਇੱਕ ਵਸੀਅਤ ਹੈ। ਆਂਦੇ ਨੇ, ਅੱਬਾ ਜੀ ਕੀ ਵਸੀਅਤ ਹੈ ਤੁਹਾਡੀ? ਤੇ ਆਖਣ ਲਗਾ, ਮੈਂ ਵਸੀਅਤ ਲਿਖ ਕੇ ਰੱਖੀ ਹੈ ਕਾਗਜ਼ ਤੇ, ਜ਼ਿੰਦਗੀ ਦਾ ਕੋਈ ਇਤਬਾਰ ਨਹੀਂ, ਕੋਈ ਭਰੋਸਾ ਨਹੀਂ, ਕਦੋਂ ਬੁਲਾਵਾ ਆ ਜਾਏ, ਕਦੋਂ ਮੈਂ ਫੌਤ ਹੋ ਜਾਵਾਂ, ਤੇ ਉਹ ਵਸੀਅਤ ਮੇਰੇ ਮਰਨ ਤੋਂ ਬਾਅਦ ਤੁਸਾਂ ਪੜ੍ਹਨੀ। ਆਖਣ ਲਗੇ, ਜਿਵੇਂ ਅੱਬਾ ਜੀ ਤੁਸੀਂ ਆਖੋ। ਕੁਛ ਅਰਸਾ ਗੁਜ਼ਰਿਆ। ਕੁਛ ਅਰਸੇ ਦੇ ਬਾਅਦ ਬਾਬਾ ਅੱਲਾ ਨੂੰ ਪਿਆਰਾ ਹੋ ਗਿਆ ਤੇ ਮੁੰਡਿਆਂ ਨੇ ਕਫਨ ਦਫਨ ਤੋਂ ਬਾਅਦ ਸੋਚਿਆ ਕਿ ਵਸੀਅਤ ਹੀ ਪੜ੍ਹੀਏ ਤੇ ਉਹਨਾਂ ਵਸੀਅਤ ਖੋਲੀ ਤੇ ਬਾਬੇ ਹੋਰਾਂ ਲਿਖਿਆ ਸੀ ਕਿ ਮੇਰੀ ਜਾਇਦਾਦ ਦੇ ਵਿੱਚ 3 ਪੁੱਤਰਾਂ ਦਾ ਹੱਕ ਏ, ਮੇਰੀ ਸਾਰੀ ਜਾਇਦਾਦ 3 ਪੁੱਤਰਾਂ ਦੀ ਏ, ਚੌਥਾ ਹਰਾਮ ਦਾ ਹੈ, ਉਹਦਾ ਕੋਈ ਹਿੱਸਾ ਨਹੀਂ। ਤੇ ਉਹ ਆਪਸ 'ਚ ਲੜਨ ਲੱਗ ਪਏ ਇੱਕ ਦੂਸਰੇ ਨਾਲ ਕਿ ਕੌਣ ਹਰਾਮ ਦਾ ਹੈ ਤੇ ਕਿਹਦਾ ਹਿੱਸਾ ਨਹੀਂ, ਕਿਉਂਕਿ ਹਿੱਸਾ ਸਾਰੇ ਚਾਹੁੰਦੇ ਸਨ। ਖੈਰ, ਇੱਥੇ ਇੱਕ ਕੋਈ ਸਿਆਣਾ ਬੰਦਾ ਉਹਨਾਂ ਨੂੰ ਮਿਲਿਆ ਤੇ ਉਹਨੇ ਆਖਿਆ ਕਿ ਤੁਸੀਂ ਆਪਸ 'ਚ ਕਿਉਂ ਲੜਨ ਡਏ ਹੋ? ਤੁਹਾਡੇ ਇਸ ਮਾਮਲੇ ਦਾ ਹੱਲ, ਇਸ ਗੱਲ ਦਾ ਫੈਸਲਾ ਫਲਾਣੇ ਪਿੰਡ ਦਾ ਚੌਧਰੀ ਕਰ ਸਕਦਾ, ਤੁਸੀਂ ਉਹਦੇ ਕੋਲ ਚਲੇ ਜਾਓ। ਖੈਰ, ਉਹ 4 ਭਰਾ ਉਸ ਚੌਧਰੀ ਕੋਲ ਰਵਾਨਾ ਹੋ ਗਏ। ਉਸ ਚੌਧਰੀ ਦੇ ਪਿੰਡ ਦੇ ਵਿੱਚ ਵੜੇ ਨੇ, ਜਦੋਂ ਇੰਟਰ ਹੋਏ ਨੇ ਤੇ ਉੱਥੇ ਉਹਨਾਂ ਨੂੰ ਇੱਕ ਕੁੜੀ ਮਿਲੀ, ਜਵਾਨ ਕੁੜੀ। ਤੇ ਉਹਨਾਂ ਉਹਨੂੰ ਪੁੱਛਿਆ ਕਿ ਅਸਾਂ ਫਲਾਣੇ ਚੌਧਰੀ ਨੂੰ ਮਿਲਣਾ ਹੈ ਤੇ ਉਹਦੇ ਡੇਰੇ ਤੇ ਜਾਣਾ ਹੈ, ਤੇ ਉਹਦਾ ਡੇਰਾ ਕਿੱਥੇ ਵੇ? ਉਹ ਆਖਣ ਲੱਗੀ, ਉਹ ਤੇ ਨਬੀਨਾ ਹੋ ਗਿਆ, ਉਹ ਤੇ ਅੰਨਾ ਹੋ ਗਿਆ। ਖੈਰ, ਤੁਸੀਂ ਅਗਾਂਹ ਜਾ ਕੇ ਕਿਸੇ ਹੋਰ ਨੂੰ ਪੁੱਛ ਲਓ। ਚਲੋ, ਉੱਥੋਂ ਰਵਾਨਾ ਹੋ ਗਏ। ਅਗਾਂਹ ਗਏ, ਇੱਕ ਔਰਤ ਮਿਲੀ, ਇੱਕ ਬੀਬੀ ਮਿਲੀ ਤੇ ਉਹਨਾਂ ਆਖਿਆ, ਭੈਣ ਅਸਾਂ ਫਲਾਣੇ ਚੌਧਰੀ ਕੋਲ ਜਾਣਾ ਹੈ ਤੇ ਉਹਦਾ ਡੇਰਾ ਕਿੱਥੇ ਵੇ? ਆਖਣ ਲੱਗੀ, ਉਹ ਤੇ ਫੌਤ ਹੋ ਗਿਆ। ਤੇ ਉਹ ਬੜੇ ਹੈਰਾਨ ਹੋਏ ਤੇ ਆਖਣ ਲੱਗੇ ਕਿ ਪਹਿਲਾਂ ਇੱਕ ਮਿਲੀ, ਉਹ ਆਂਦੀ ਨਬੀਨਾ ਹੋ ਗਿਆ ਤੇ ਤੂੰ ਆਨੀ ਹੈ ਫੌਤ ਹੋ ਗਿਆ, ਤੇ ਇਹ ਕੀ ਮਾਮਲਾ ਹੈ? ਤੇ ਆਖਣ ਲੱਗੀ, ਤੁਹਾਨੂੰ ਨਹੀਂ ਇਤਬਾਰ ਹੁੰਦਾ ਤੇ ਤੁਸੀਂ ਅਗਾਂਹ ਜਾ ਕੇ ਕਿਸੇ ਹੋਰ ਨੂੰ ਪੁੱਛ ਲਓ। ਖੈਰ, ਅਗਾਂਹ ਗਏ ਤੇ ਉਹਨਾਂ ਕਿਸੇ ਹੋਰ ਨੂੰ ਪੁੱਛ ਕੇ ਆਖਰ ਉਹਦੇ ਡੇਰੇ ਤੇ ਪਹੁੰਚ ਗਏ। ਤੇ ਡੇਰੇ ਤੇ ਚੌਧਰੀ ਮੰਜੇ ਤੇ ਬੈਠਾ ਹੋਵੇ, ਹੁੱਕਾ ਲਾ ਕੇ ਤੇ ਗਏ, ਸਲਾਮ ਅਲੈਕੁਮ ਕੀਤੀ। ਚੌਧਰੀ ਆਂਦਾ, ਹਾਂਜੀ ਬੱਚਿਓ, ਹੁਕਮ ਕਰੋ, ਕੀ ਮਸਲਾ ਹੈ ਤੁਹਾਡਾ? ਤੇ ਆਂਦੇ ਨੇ, ਅਸੀਂ ਆਪਣਾ ਮਾਮਲਾ ਮਸਲਾ ਤੇ ਬਾਅਦ ਸ਼ੇਅਰ ਕਰਾਂਗੇ ਤੁਹਾਡੇ ਨਾਲ, ਪਹਿਲਾਂ ਤੁਹਾਡਾ ਕਿਰਦਾਰ ਤੇ ਦੱਸਦੇ ਹਾਂ ਨਾ ਤੁਹਾਨੂੰ। ਤੇ ਅਸੀਂ ਜਦੋਂ ਤੁਹਾਡੇ ਪਿੰਡ ਦੇ ਵਿੱਚ ਇੰਟਰ ਹੋਏ ਹਾਂ ਤੇ ਇੱਕ ਕੁੜੀ ਮਿਲੀ ਹੈ ਸਾਨੂੰ, ਤੇ ਉਹਨੂੰ ਅਸਾਂ ਪੁੱਛਿਆ ਕਿ ਫਲਾਣੇ ਚੌਧਰੀ ਕੋਲ ਅਸਾਂ ਜਾਣਾ ਹੈ ਤੇ ਉਹਦਾ ਡੇਰਾ ਕਿੱਥੇ ਵੀ? ਤੇ ਆਖਣ ਲੱਗੀ, ਉਹ ਤੇ ਨਬੀਨਾ ਹੋ ਗਿਆ। ਤੇ ਚੌਧਰੀ ਆਂਦਾ, ਉਹ ਮੇਰੀ ਹੀ ਬੇਟੀ ਸੀ, ਮੇਰੀ ਬੱਚੀ ਸੀ, ਕਿ ਉਹ ਜਵਾਨ ਹੋ ਗਈ ਹੈ ਤੇ ਮੈਂ ਉਹਦੀ ਹਾਲੇ ਸ਼ਾਦੀ ਨਹੀਂ ਕੀਤੀ, ਤੇ ਉਹਦੇ ਵਾਸਤੇ ਤੇ ਮੈਂ ਫੌਤ ਹੀ ਹੋ ਗਿਆ ਨਾ, ਉਹਦੇ ਵਾਸਤੇ ਤੇ ਮੈਂ ਨਬੀਨਾ ਹੀ ਹੋ ਗਿਆ ਨਾ। ਤੇ ਕਿਉਂਕਿ ਮੈਨੂੰ ਨਜ਼ਰ ਨਹੀਂ ਆਉਂਦਾ, ਉਹਦੀਆਂ ਨਜ਼ਰਾਂ ਦੇ ਵਿੱਚ ਕਿ ਮੈਨੂੰ ਨਜ਼ਰ ਨਹੀਂ ਆਉਂਦਾ ਪਿਆ ਕਿ ਤੂੰ ਜਵਾਨ ਹੋ ਗਈ ਹੈ, ਉਹ ਬੱਚੀ ਜਵਾਨ ਹੋ ਗਈ, ਤੇ ਮੈਨੂੰ ਉਹਦਾ ਵਿਆਹ ਕਰਨਾ ਚਾਹੀਦਾ। ਖੈਰ, ਉਹ ਮੇਰੀ ਹੀ ਬੱਚੀ ਸੀ। ਅੱਛਾ, ਉਹਨਾਂ ਆਖਿਆ ਅਸੀਂ ਅੱਗੇ ਆਏ ਹਾਂ ਤੇ ਅੱਗੇ ਇੱਕ ਔਰਤ ਮਿਲੀ, ਅਸਾਂ ਉਹਨੂੰ ਪੁੱਛਿਆ ਤੇ ਉਹ ਆਂਦੀ ਹੈ ਚੌਧਰੀ ਫੌਤ ਹੋ ਗਿਆ। ਤੇ ਆਂਦਾ, ਉਹ ਵੀ ਮੇਰੀ ਹੀ ਬੇਵੀ ਹੈ, ਮੇਰੀ ਹੀ ਵਾਈਫ ਸੀ, ਤੇ ਉਹਨੇ ਵੀ ਤੁਹਾਨੂੰ ਸਹੀ ਆਖਿਆ ਕਿ ਮੈਂ ਉਹਦਾ ਖਰਚਾ ਪੂਰਾ ਨਹੀਂ ਕਰਦਾ, ਉਹਦੀ ਜ਼ਰੂਰੀਆਤ ਪੂਰੀਆਂ ਨਹੀਂ ਕਰਦਾ, ਉਹਦੇ ਹਕੂਕ ਪੂਰੇ ਨਹੀਂ ਕਰਦਾ, ਤੇ ਉਹਦੀਆਂ ਨਜ਼ਰਾਂ 'ਤੇ ਮੈਂ ਮਰ ਹੀ ਗਿਆ ਨਾ, ਮੈਂ ਫੌਤ ਹੀ ਹੋ ਗਿਆ ਨਾ। ਖੈਰ, ਉਹਨਾਂ ਆਖਿਆ ਕਿ ਤੁਸੀਂ ਆਪਣਾ ਮਾਮਲਾ ਦੱਸੋ ਕਿ ਤੁਸੀਂ ਕਿਵੇਂ ਆਏ ਹੋ? ਤੇ ਆਂਦੇ ਨੇ, ਸਾਡਾ ਜ਼ਮੀਨ ਦਾ ਮਾਮਲਾ ਹੈ ਕੋਈ, ਤੇ ਅਸੀਂ ਆਪਣੇ ਜ਼ਮੀਨ ਦਾ ਫੈਸਲਾ ਕਰਾਉਣ ਆਏ ਹਾਂ ਕਿ ਸਾਡਾ ਅੱਬਾ ਇਹ ਵਸੀਅਤ ਲਿਖ ਕੇ ਆਇਆ ਤੇ ਸਾਨੂੰ ਹੁਣ ਸਮਝ ਨਹੀਂ ਪਈ ਆਉਂਦੀ ਕਿ ਅੱਬੇ ਨੇ ਵਸੀਅਤ ਲਿਖੀ ਹੈ ਕਿ ਮੇਰੀ ਵਸੀਅਤ ਕਿ ਮੇਰੀ ਜਾਇਦਾਦ ਦੇ ਵਿੱਚ 3 ਪੁੱਤਰਾਂ ਦਾ ਹਿੱਸਾ ਹੈ, ਚੌਥਾ ਹਰਾਮ ਦਾ, ਉਹਦਾ ਕੋਈ ਹਿੱਸਾ ਨਹੀਂ।
ਤੇ ਹੁਣ ਸਾਨੂੰ ਸਮਝ ਨਹੀਂ ਪਈ ਆਉਂਦੀ ਕਿ ਕਿਹੜਿਆਂ ਤਿੰਨਾਂ ਦਾ ਹਿੱਸਾ ਹੈ ਤੇ ਕਿਹੜਾ ਹਰਾਮ ਦਾ ਹੈ ਜਿਹਦਾ ਕੋਈ ਹਿੱਸਾ ਨਹੀਂ। ਤੇ ਆਂਦਾ ਹੈ ਹੁਣੇ ਫੈਸਲਾ ਹੋ ਜਾਂਦਾ ਹੈ, ਇਹ ਤੇ ਕੋਈ ਮੁਸ਼ਕਲ ਨਹੀਂ। ਤੇ ਆਂਦੇ ਨੇ ਦੱਸੋ ਜੀ ਕਿਵੇਂ ਫੈਸਲਾ ਕਰਨਾ। ਤੇ ਉਹਨੇ ਜਨਾਬ ਆਪਣੇ ਇੱਥੇ ਕੋਲ ਹੀ ਨਾ ਕਬਰ ਟੈਪ ਇੱਕ ਢੇਰੀ ਬਣਾਈ ਮਿੱਟੀ ਦੀ, ਤੇ ਉਹਨਾਂ ਚਵਾਂ ਨੂੰ ਆਖਣ ਲਗਾ ਕਿ ਕਿੱਲੇ ਦੇ ਫਾਸਲੇ ਤੇ ਨਾ ਉਹਨਾਂ ਨੂੰ ਚਵਾਂ ਨੂੰ ਲਹਿਦਾ ਰੱਸੀਆਂ ਫੜਾ ਕੇ ਉਹਨੇ ਖਿਲਾਰ ਦਿੱਤਾ ਤੇ ਆਖਣ ਲਗਾ ਕਿ ਜਿਹਦੀ ਮੈਂ ਰੱਸੀ ਹਿਲਾਵਾਂ ਨਾ ਉਹੀ ਮੇਰੇ ਕੋਲ ਆਵੇ, ਦੂਸਰਾ ਨਾ ਆਵੇ। ਖੈਰ ਉਹਨਾਂ ਆਖਿਆ ਠੀਕ ਹੀ। ਉਹ ਜਾ ਕੇ ਉੱਥੇ ਖਲੋ ਗਏ। ਉਹਨੇ ਇੱਕ ਦੀ ਰੱਸੀ ਹਿਲਾਈ, ਉਹ ਆ ਗਿਆ ਤੇ ਉਹਨੂੰ ਆਖਣ ਲਗਾ ਐ ਮੈਂ ਤੇਰੇ ਪਿਓ ਦੀ ਕਬਰ ਬਣਾਈ ਏ, ਇਹਨੂੰ 5 ਜੁੱਤੀਆਂ ਮਾਰ, ਤੈਨੂੰ ਮੈਂ ਹਿੱਸਾ ਦੇ ਦਿਆਂਗਾ, ਹੋਰ ਮੈਂ ਕਿਸੇ ਨੂੰ ਦਿਆਂ ਜਾਂ ਨਾ ਦਿਆਂ। ਤੇ ਉਹਨੇ ਆਖਿਆ ਚੌਧਰੀ ਸਾਹਿਬ ਤੁਸੀਂ ਪਾਗਲ ਹੋ ਗਏ ਹੋ, ਤੁਸੀਂ ਕਿਹੋ ਜਿਹੀ ਗੱਲ ਕਰ ਰਹੇ ਹੋ ਕਿ ਪਿਓ ਦੀ ਕਬਰ ਨੂੰ ਮੈਂ ਜੁੱਤੀਆਂ ਮਾਰਾਂ? ਮੈਂ ਨਹੀਂ ਮਾਰਨੀਆਂ, ਮੈਨੂੰ ਹਿੱਸਾ ਨਹੀਂ ਲੱਭਦਾ, ਨਾ ਲੱਭੇ। ਤੇ ਉਹਨੇ ਦੂਸਰੇ ਨੂੰ ਸੱਦ ਲਿਆ। ਦੂਸਰਾ ਆਇਆ, ਉਹਨੂੰ ਵੀ ਉਹਨੇ ਇੰਝ ਹੀ ਆਖਿਆ ਕਿ ਇੱਕ ਹਿੱਸਾ ਤੈਨੂੰ ਚਾਹੀਦਾ ਤੇ ਤੂੰ ਪਿਓ ਦੀ ਕਬਰ ਹੈ ਤੇਰੇ ਦੀ, ਤੇ ਤੂੰ ਇਹਨੂੰ 5 ਜੁੱਤੀਆਂ ਮਾਰ, ਤੈਨੂੰ ਮੈਂ ਹਿੱਸਾ ਦੇ ਦਿਆਂਗਾ, ਹੋਰ ਮੈਂ ਕਿਸੇ ਨੂੰ ਦਿਆਂ ਜਾਂ ਨਾ ਦਿਆਂ। ਉਹਨੇ ਆਖਿਆ ਚੌਧਰੀ ਸਾਹਿਬ ਮੇਰੇ ਪਿਓ ਦੀ ਕਬਰ ਹੈ ਤੇ ਮੈਂ ਪਿਓ ਦੀ ਕਬਰ ਨੂੰ ਜੁੱਤੀਆਂ ਨਹੀਂ ਮਾਰ ਸਕਦਾ, ਮੈਨੂੰ ਤਾਜ਼ੀਮ ਉਹ ਤਕਰੀਮ ਦਾ ਪਤਾ ਹੈ, ਵਾਲਦ ਦੀ ਤਾਜ਼ੀਮ ਉਹ ਤਕਰੀਮ ਦਾ ਪਤਾ ਹੈ, ਤੇ ਤੁਸੀਂ ਹਿੱਸਾ ਨਹੀਂ ਦੇਣਾ, ਤੁਸੀਂ ਨਾ ਦਿਓ, ਲੇਕਿਨ ਮੈਂ ਵਾਲਦ ਦੀ ਕਬਰ ਤੇ ਜੁੱਤੀਆਂ ਨਹੀਂ ਮਾਰ ਸਕਦਾ। ਫਿਰ ਉਹਨਾਂ ਆਖਿਆ ਚਲੋ ਠੀਕ ਹੈ ਜੀ, ਸਾਡੇ ਹੋ ਗਿਆ। ਤੀਸਰੇ ਨੂੰ ਬੁਲਾਇਆ। ਤੀਸਰੇ ਨੇ ਵੀ ਜਨਾਬ ਇਹੀ ਜਵਾਬ ਦਿੱਤਾ ਕਿ ਮੈਂ ਵਾਲਦ ਦੀ ਕਬਰ ਤੇ ਜੁੱਤੀਆਂ ਨਹੀਂ ਮਾਰ ਸਕਦਾ, ਅਗਰ ਤੂੰ ਹਿੱਸਾ ਨਹੀਂ ਦਿੰਦਾ ਬੇਸ਼ੱਕ ਨਾ ਦੇ, ਸਾਨੂੰ ਕੋਈ ਇਤਰਾਜ਼ ਨਹੀਂ। ਖੈਰ ਉਹ ਵੀ ਸਾਈਡ ਤੇ ਹੋ ਗਿਆ। ਉਹਨੇ ਚੌਥੇ ਨੂੰ ਬੁਲਾਇਆ, ਉਹਨੂੰ ਆਖਿਆ ਹਿੱਸਾ ਤੈਨੂੰ ਚਾਹੀਦਾ ਜਾਇਦਾਦ ਦੇ ਵਿੱਚ? ਉਹਨੇ ਆਖਿਆ ਹਾਂਜੀ ਬਿਲਕੁਲ ਚਾਹੀਦਾ। ਤੇ ਆਖਣ ਲਗਾ ਇਹ ਤੇਰੇ ਪਿਓ ਦੀ ਕਬਰ ਬਣਾਈ ਏ ਤੇ ਇੱਥੇ 5 ਜੁੱਤੀਆਂ ਮਾਰ, ਹਿੱਸਾ ਤੈਨੂੰ ਦੇ ਦਿਆਂਗਾ। ਉਹਨੇ ਆਖਿਆ ਇਹ ਕਿਹੜੀ ਗੱਲ ਹੈ, ਮੈਂ 5 ਦੇ ਥਾਂ 10 ਜੁੱਤੀਆਂ ਮਾਰ ਦੇਣੀ। ਉਹਨੇ ਆਖਿਆ ਮਾਰ ਫਿਰ। ਉਹਨੇ ਫਟਾਫਟ ਜੁੱਤੀ ਲਾਈ, ਉਹਨੇ ਜੁੱਤੀਆਂ ਕੱਢ ਮਾਰੀਆਂ। ਚੌਧਰੀ ਨੇ ਆਖਿਆ ਆ ਜੀ ਅਸਲ ਹਰਾਮ ਦਾ, ਕਿ ਜਿਹਨੇ ਆਪਣਾ ਮਤਲਬ ਵੇਖਿਆ, ਜਿਹਨੇ ਆਪਣਾ ਮਤਲਬ ਵੇਖ ਕੇ ਆਪਣੇ ਪਿਓ ਦੀ ਤਾਜ਼ੀਮ और ਤਕਰੀਮ ਭੁੱਲ ਗਿਆ, ਉਹਨੂੰ ਆਪਣੇ ਪਿਓ ਦੀ ਤਾਜ਼ੀਮ और ਤਕਰੀਮ ਭੁੱਲ ਗਈ ਹੈ, ਆਪਣੀ ਮਤਲਬ ਨੂੰ, ਆਪਣੀ ਇੱਕ ਜ਼ਰੂਰਤ ਨੂੰ। ਆ ਅਸਲ ਹਰਾਮ ਦਾ।